प्यारे विद्यार्थियों, सब तो पहला मेरे चैनल ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਜੋ ਫਾਈਨਲ ਪੇਪਰ ਹਨ, ਸਾਲਾਨਾ ਪੇਪਰ ਹਨ, ਉਹਨਾਂ ਦੀ ਡੇਟ ਸ਼ੀਟ ਆ ਚੁੱਕੀ ਹੈ ਜੀ। ਤੇ ਅੱਜ ਦੀ ਵੀਡੀਓ ਵਿੱਚ ਆਪਾਂ 8ਵੀਂ ਕਲਾਸ ਦੇ ਮੈਥ ਵਿਸ਼ੇ ਦੇ ਇੱਕ ਪੇਪਰ ਨੂੰ ਹੱਲ ਕਰਾਂਗੇ, ਜੋ ਕਿ ਵਿਭਾਗ ਵੱਲੋਂ ਭੇਜਿਆ ਗਿਆ ਹੈ ਸੈਂਪਲ ਪੇਪਰ। ਤੇ ਹੋਪ ਹੈ ਕਿ ਇਸ ਪੇਪਰ ਦੇ ਵਿੱਚੋਂ ਜੋ ਸਵਾਲ ਹਨ ਉਹ ਤੁਹਾਨੂੰ ਬੋਰਡ ਦਾ ਜੋ ਪੇਪਰ ਆਏਗਾ ਉਸ ਦੇ ਵਿੱਚ ਕਾਫੀ ਸਵਾਲ ਤੁਹਾਨੂੰ ਇਸ ਦੇ ਵਿੱਚੋਂ ਮਿਲ ਜਾਣਗੇ ਜੀ। ਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਇਸ ਦੇ ਅੰਦਰ ਜਿੰਨੇ ਵੀ ਕੁਐਸਚਨਸ ਆਏ ਹਨ ਸਾਰੇ ਹੀ ਕੁਐਸਚਨਸ ਨੂੰ ਆਪਾਂ ਹੱਲ ਕਰਦੇ ਹਾਂ। ਪਹਿਲਾਂ ਪੂਰੇ ਕੁਐਸਚਨ ਪੇਪਰ ਨੂੰ ਦੇਖ ਲੈਂਦੇ ਹਨ ਅਤੇ ਫਿਰ ਇੱਕ ਇੱਕ ਕਰਕੇ ਆਪਾਂ ਸਾਰੇ ਹੀ ਕੁਐਸਚਨਸ ਨੂੰ ਇਸ ਨੂੰ ਹੱਲ ਕਰਾਂਗੇ ਜੀ। ਤਾਂ ਸਾਰੇ ਹੀ ਜੋ ਕੁਐਸਚਨ ਪੇਪਰ ਹੈ ਉਸ ਨੂੰ ਇੱਕ ਵਾਰ ਆਪਾਂ ਦੇਖ ਲੈਂਦੇ ਹਨ ਜੀ। ਦੇਖੋ ਜੀ, ਪਹਿਲਾ ਭਾਗ ਆਪਣੇ ਕੋਲ ਊੜਾ ਹੈ ਜੀ। ਊੜੇ ਭਾਗ ਦੇ ਵਿੱਚ ਆਪਣੇ ਕੋਲ ਟੋਟਲ 32 ਪ੍ਰਸ਼ਨ ਹੁੰਦੇ ਹਨ। ਪਹਿਲੇ 16 ਪ੍ਰਸ਼ਨ ਆਪਣੇ ਕੋਲ ਜੋ MCQ ਟਾਈਪ ਹਨ ਜੀ, ਬਹੁ ਵਿਕਲਪੀ ਪ੍ਰਸ਼ਨ ਹਨ। ਉਸ ਤੋਂ ਬਾਅਦ 8 ਪ੍ਰਸ਼ਨ ਆਪਣੇ ਕੋਲ ਹੁੰਦੇ ਹਨ ਸਹੀ ਗਲਤ ਵਾਲੇ। ਸੈਕਿੰਡ ਜੋ ਪ੍ਰਸ਼ਨ ਹੈ ਦੇਖੋ ਜੀ, ਊੜਾ ਭਾਗ ਦਾ ਸਹੀ ਗਲਤ ਵਾਲਾ ਹੈ ਜੀ। ਅਤੇ ਉਸ ਤੋਂ ਬਾਅਦ ਜੋ ਤੀਜਾ ਪ੍ਰਸ਼ਨ ਹੈ ਉਹ ਹੁੰਦਾ ਹੈ ਜੀ ਆਪਣੇ ਕੋਲ 8 ਪ੍ਰਸ਼ਨ ਹੁੰਦੇ ਹਨ ਖਾਲੀ ਥਾਵਾਂ ਭਰੋ ਵਾਲੇ। ਅਤੇ ਉਸ ਤੋਂ ਬਾਅਦ ਆ ਜਾਂਦਾ ਸੀ ਭਾਗ ਐੜਾ। ਭਾਗ ਐੜਾ ਦੇ ਵਿੱਚ ਆਪਣੇ ਕੋਲ 2-2 ਅੰਕਾਂ ਦੇ ਪ੍ਰਸ਼ਨ ਹੁੰਦੇ ਹਨ ਜੀ, 4 ਤੋਂ ਲੈ ਕੇ 11 ਤੱਕ। ਅਤੇ ਉਸ ਤੋਂ ਬਾਅਦ ਭਾਗ ਈੜੀ ਦੇਖੋ, ਫਿਰ ਆਪਣੇ ਕੋਲ 4-4 ਅੰਕਾਂ ਦੇ ਪ੍ਰਸ਼ਨ ਹਨ ਜੀ, 12 ਤੋਂ ਲੈ ਕੇ ਆਪਣੇ ਕੋਲ ਟੋਟਲ 16 ਤੱਕ ਜੀ। ਅਤੇ ਫਿਰ ਆਪਣੇ ਕੋਲ ਭਾਗ ਸੱਸਾ ਸੈਕਸ਼ਨ ਡੀ ਹੈ। ਇਸ ਦੇ ਵਿੱਚ 2 ਕੁਐਸਚਨ ਹਨ ਜੀ ਆਪਣੇ ਕੋਲ 6-6 ਅੰਕਾਂ ਦੇ, ਕੁਐਸਚਨ ਨੰਬਰ 17 ਅਤੇ ਕੁਐਸਚਨ ਨੰਬਰ 18। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਾਰੇ ਹੀ ਕੁਐਸਚਨਸ ਨੂੰ ਹੱਲ ਕਰਾਂਗੇ ਜੀ। ਹੁਣ ਪਹਿਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਘਟਾਓ 5/8 ਗੁਣਾ ਘਟਾਓ 3/7 ਦਾ ਗੁਣਾਤਮਕ ਉਲਟ ਦੱਸੋ। ਅਤੇ ਨੀਚੇ ਆਪਣੇ ਕੋਲ 4 ਆਪਸ਼ਨ ਹਨ ਜੀ। ਅਤੇ ਦੇਖੋ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰਨਾ ਹੈ ਜੀ। ਅਤੇ ਇਸ ਨੂੰ ਦੇਖੋ, ਗੁਣਾਤਮਕ ਉਲਟ ਕਿਸ ਤਰ੍ਹਾਂ ਪਤਾ ਕਰਨਾ ਹੈ ਜੀ। ਜੋ ਵੀ ਆਪਣੇ ਕੋਲ ਰਕਮ ਹੈ ਉਸ ਰਕਮ ਨੂੰ ਆਪਾਂ ਕੀ ਕਰਨਾ ਹੈ ਜੀ, ਪਲਟਾ ਦੇਣਾ ਹੈ। ਪਲਟਾ ਦੇਣ ਦਾ ਮਤਲਬ ਹੈ ਉਲਟਾ ਕਰ ਦੇਣਾ ਹੈ। ਉੱਪਰ ਵਾਲਾ ਨੰਬਰ ਨੀਚੇ ਆ ਜਾਏਗਾ ਅਤੇ ਨੀਚੇ ਵਾਲਾ ਨੰਬਰ ਉੱਪਰ ਚਲ ਜਾਏਗਾ, ਤਾਂ ਉਹ ਉਸਦਾ ਆ ਜਾਏਗਾ ਜੀ ਗੁਣਾਤਮਕ ਉਲਟ। ਅਤੇ ਪਹਿਲਾਂ ਦੇਖੋ, ਘਟਾਓ ਦੇ ਨਾਲ ਘਟਾਓ ਕੱਟਿਆ ਜਾਏਗਾ। ਹੁਣ ਆਪਣੇ ਕੋਲ ਪਹਿਲਾ ਨੰਬਰ ਹੈ ਜੀ 5/8, ਇਸ ਨੂੰ ਉਲਟਾਵਾਂਗੇ ਅਤੇ ਇਹ ਬਣ ਜਾਏਗਾ 8/5। ਗੁਣਾ ਦਾ ਸਾਈਨ ਇਸੇ ਤਰ੍ਹਾਂ ਰਹੇਗਾ ਵਿਚਕਾਰ ਜੋ ਹੈ, ਅਤੇ ਜੋ 3/7 ਹੈ ਉਸ ਨੂੰ ਉਲਟਾ ਕੇ ਕੀ ਆ ਜਾਏਗਾ ਜੀ 7/3। ਅਤੇ ਹੁਣ ਆਪਾਂ ਦੇਖਣਾ ਹੈ ਕਿ ਇਹ ਵਾਲੀ ਆਪਸ਼ਨ ਆਪਣੇ ਕੋਲ ਕਿੱਥੇ ਹੈ ਜੀ। ਅਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ C ਆਪਸ਼ਨ ਹੈ 8/5 ਗੁਣਾ 7/3, ਇਹ ਕੀ ਹੈ ਜੀ, ਇਸ ਨੰਬਰ ਦਾ ਕੀ ਹੈ ਆਪਣੇ ਕੋਲ ਗੁਣਾਤਮਕ ਉਲਟ ਹੈ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਘਟਾਓ 4/7 ਦੇ ਵਿੱਚ ਕਿਹੜੀ ਸੰਖਿਆ ਜੋੜੀ ਜਾਵੇ ਕਿ 0 ਪ੍ਰਾਪਤ ਹੋਵੇ। ਆਨਸਰ ਆਪਣੇ ਕੋਲ 0 ਆਉਣਾ ਚਾਹੀਦਾ ਹੈ। ਘਟਾਓ 4/7 ਦਿੱਤਾ ਹੋਇਆ ਹੈ, ਇਸ ਦੇ ਵਿੱਚ ਆਪਾਂ ਕੀ ਜੋੜੀਏ ਕਿ ਆਪਣੇ ਕੋਲ ਜੋ ਆਨਸਰ ਹੈ ਉਹ 0 ਆ ਜਾਵੇ। ਅਤੇ ਇਸ ਦਾ ਸਾਨੂੰ ਰਾਈਟ ਆਪਸ਼ਨ ਆਪਣੇ ਕੋਲ ਹੈ ਜੀ 4/7। ਜੇਕਰ ਘਟਾਓ 4/7 ਦੇ ਵਿੱਚ ਆਪਾਂ 4/7 ਜੋੜ ਦਿੰਦੇ ਹਾਂ ਤਾਂ ਆਨਸਰ 0 ਆਏਗਾ। ਹੁਣ ਦੇਖੋ 0 ਕਿਸ ਤਰ੍ਹਾਂ ਆਏਗਾ, ਇੱਕ ਆਪਣੇ ਕੋਲ ਘਟਾਓ ਵਾਲਾ ਨੰਬਰ ਹੈ, ਇੱਕ ਜੋੜ ਵਾਲਾ ਨੰਬਰ ਹੈ, ਅਤੇ ਨੰਬਰ ਸੇਮ ਹਨ 4/7 4/7। ਸਾਈਨ ਚੇਂਜ ਹੈ, ਇੱਕ ਘਟਾਓ ਵਾਲਾ ਇੱਕ ਜਮਾ ਵਾਲਾ, ਅਤੇ ਇਹਨਾਂ ਦਾ ਜੋੜ ਹਮੇਸ਼ਾ ਕੀ ਆਉਂਦਾ ਹੈ ਜੀ 0 ਆਉਂਦਾ ਹੈ। ਇਸ ਨੂੰ ਆਪਾਂ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਹੋਰ ਸਮਝ ਸਕਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕਿ ਆਪਣੇ ਕੋਲ ਨੰਬਰ ਹੈ ਘਟਾਓ 3। ਘਟਾਓ 3 ਦੇ ਵਿੱਚ ਕੀ ਆਪਾਂ ਜੋੜੀਏ ਕਿ ਆਪਣੇ ਕੋਲ ਆਨਸਰ 0 ਆਏਗਾ, ਤਾਂ ਉਹ ਆਏਗਾ ਜਮਾ ਦਾ 3। ਘਟਾਓ 3 ਜਮਾ ਦਾ 3 ਬਰਾਬਰ ਕੀ ਆਏਗਾ ਆਪਣੇ ਕੋਲ 0 ਆਏਗਾ। ਅਤੇ ਸੇਮ ਇਸੇ ਤਰ੍ਹਾਂ ਘਟਾਓ ਦਾ 4/7 ਹੈ, ਤਾਂ ਉਸ ਦੇ ਵਿੱਚ ਜੇ ਜਮਾ ਦਾ 4/7 ਆਪਾਂ ਜੋੜਾਂਗੇ ਤਾਂ ਆਨਸਰ ਕਿੰਨਾ ਆਏਗਾ 0 ਆਏਗਾ। ਇਟ ਮੀਨ ਕਿਹੜੀ ਆਪਸ਼ਨ ਆਪਣੇ ਕੋਲ ਆ ਜਾਏਗੀ ਜੀ 4/7। C ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਕਿਸੇ ਸੰਖਿਆ P ਨੂੰ 3 ਨਾਲ ਗੁਣਾ ਕਰਕੇ 5 ਜੋੜਨ 'ਤੇ ਕੀ ਪ੍ਰਾਪਤ ਹੋਏਗਾ। ਅਤੇ ਨੀਚੇ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਦੇਖੋ, ਸੰਖਿਆ P ਨੂੰ ਆਪਾਂ 3 ਦੇ ਨਾਲ ਗੁਣਾ ਕਰਨਾ ਹੈ, ਇਹ ਆ ਜਾਏਗਾ 3 ਗੁਣਾ P। P ਨੂੰ ਆਪਾਂ 3 ਦੇ ਨਾਲ ਗੁਣਾ ਕਰ ਦੇਣਾ ਹੈ, ਫਿਰ 5 ਉਸ ਦੇ ਵਿੱਚ ਆਪਾਂ ਜੋੜ ਦੇਣਾ ਹੈ ਜੀ ਜਮਾ 5। ਅਤੇ ਦੇਖੋ ਇਹ ਵਾਲੀ ਆਪਸ਼ਨ ਆਪਣੇ ਕੋਲ ਕਿੱਥੇ ਆ ਰਹੀ ਹੈ, ਅਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਆਪਣੇ ਕੋਲ ਆਪਸ਼ਨ ਕਿਹੜੀ ਆ ਰਹੀ ਹੈ ਜੀ, B ਆਪਸ਼ਨ ਆਪਣੇ ਕੋਲ ਰਾਈਟ ਆਪਸ਼ਨ ਹੈ ਜੀ। ਸੋ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ, ਕਿਸੇ 6 ਭੁਜ ਦੇ ਬਾਹਰੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ ਹੈ। ਅਤੇ ਨੀਚੇ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਇਹ ਹੁਣ ਤੁਹਾਨੂੰ ਨੀਚੇ ਇੱਕ 6 ਭੁਜ ਨਜ਼ਰ ਆ ਰਿਹਾ ਹੈ ਜੀ। ਪਹਿਲਾਂ ਇਸ ਦੇ ਆਪਾਂ ਬਾਹਰੀ ਕੋਣ ਬਣਾਉਣੇ ਹਨ। ਦੇਖੋ, ਇਸ ਵਾਲੀ ਲਾਈਨ ਨੂੰ ਆਪਾਂ ਅੱਗੇ ਇਸ ਤਰ੍ਹਾਂ ਵਧਾ ਦੇਣਾ ਹੈ, ਇਹ ਵਾਲੀ ਲਾਈਨ ਨੂੰ ਆਪਾਂ ਅੱਗੇ ਇਸ ਤਰ੍ਹਾਂ ਵਧਾ ਦੇਣਾ ਹੈ ਜੀ, ਇਸ ਵਾਲੀ ਲਾਈਨ ਨੂੰ ਇਸ ਤਰ੍ਹਾਂ ਅੱਗੇ ਵਧਾ ਦੇਣਾ ਹੈ, ਇਸ ਵਾਲੀ ਲਾਈਨ ਨੂੰ ਇਸ ਤਰ੍ਹਾਂ, ਇਸ ਵਾਲੀ ਲਾਈਨ ਨੂੰ ਇਸ ਤਰ੍ਹਾਂ ਅੱਗੇ ਵਧਾ ਦੇਣਾ ਹੈ, ਅਤੇ ਇਸ ਵਾਲੀ ਲਾਈਨ ਨੂੰ ਆਪਾਂ ਇਸ ਤਰ੍ਹਾਂ ਅੱਗੇ ਵਧਾ ਦੇਣਾ ਹੈ।
ਇਸ ਦੇ ਹੁਣ ਜੋ ਬਾਹਰੀ ਕੋਣ ਹਨ ਉਹ ਕਿਹੜੇ ਹਨ ਜੀ? ਇਹ ਜੋ ਬਾਹਰ ਕੋਣ ਬਣੇ ਹੋਏ ਹਨ ਇਹਨਾਂ ਨੂੰ ਕਿਹਾ ਜਾਂਦਾ ਹੈ ਬਾਹਰੀ ਕੋਣ, ਕਿਉਂਕਿ ਇਸ ਦੀਆਂ 6 ਭੁਜਾਵਾਂ ਹਨ ਅਤੇ ਇਹ ਹਨ 6 ਭੁਜ ਦੇ ਬਾਹਰੀ ਕੋਣ। ਅਤੇ ਕਿਸੇ ਵੀ ਜੋ ਬਾਹਰੀ ਕੋਣ ਹਨ ਉਹ ਚਾਹੇ ਆਪਣੇ ਕੋਲ ਤ੍ਰਿਭੁਜ ਹੋਵੇ, ਚਤੁਰਭੁਜ ਹੋਵੇ, ਪੰਜ ਭੁਜ ਹੋਵੇ, 6 ਭੁਜ ਹੋਵੇ, 7 ਭੁਜ ਹੋਵੇ, ਜਿਹੜੇ ਬਾਹਰੀ ਕੋਣ ਹੁੰਦੇ ਹਨ ਉਹਨਾਂ ਦਾ ਜੋੜ ਹਮੇਸ਼ਾ ਫਿਕਸ ਰਹਿੰਦਾ ਹੈ, ਉਹ ਚੇਂਜ ਨਹੀਂ ਹੁੰਦਾ। ਜਿਹੜਾ ਅੰਦਰਲੇ ਕੋਣ ਹਨ ਉਹਨਾਂ ਦਾ ਜੋੜ ਚੇਂਜ ਹੁੰਦਾ ਰਹਿੰਦਾ ਹੈ, ਬਟ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ ਹੀ ਕਿੰਨਾ ਰਹਿੰਦਾ ਹੈ ਜੀ? 360 ਡਿਗਰੀ ਦੇ ਬਰਾਬਰ ਹੀ ਰਹਿੰਦਾ ਹੈ। ਇਸ ਲਈ ਇਸਦਾ ਆਂਸਰ ਕੀ ਆ ਜਾਏਗਾ? ਸੀ ਆਪਸ਼ਨ ਆਪਣੇ ਕੋਲ ਆ ਜਾਏਗੀ ਜੀ 360 ਡਿਗਰੀ, 360 ਡਿਗਰੀ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਇੱਕ ਬੈਗ ਦੇ ਵਿੱਚ 5 ਲਾਲ ਅਤੇ 3 ਕਾਲੀਆਂ ਗੇਂਦਾਂ ਹਨ। ਜਿਵੇਂ ਕਿ ਤੁਹਾਨੂੰ ਨਜ਼ਰ ਆ ਰਿਹਾ ਹੈ ਬੈਗ ਦੇ ਵਿੱਚ 5 ਆਪਣੇ ਕੋਲ ਲਾਲ ਗੇਂਦਾਂ ਹਨ, 3 ਕਾਲੀਆਂ ਗੇਂਦਾਂ ਹਨ। ਤਾਂ ਲਾਲ ਗੇਂਦ ਪ੍ਰਾਪਤ ਕਰਨ ਦੀ ਕੀ ਸੰਭਾਵਨਾ ਹੋਏਗੀ? ਤੇ ਹੁਣ ਦੇਖੋ ਆਪਣੇ ਕੋਲ ਲਾਲ ਗੇਂਦ ਦੀ ਸੰਭਾਵਨਾ ਪਤਾ ਕਰਨੀ ਹੈ। ਜਿਸ ਦੀ ਸੰਭਾਵਨਾ ਪਤਾ ਕਰਨੀ ਹੈ ਉਹ ਆਪਾਂ ਨੰਬਰ ਉੱਪਰ ਰੱਖਣਾ ਹੈ ਜੀ। ਕਿੰਨੀਆਂ ਲਾਲ ਗੇਂਦਾਂ ਆਪਣੇ ਕੋਲ ਹਨ ਜੀ? 5। ਕੁੱਲ ਗੇਂਦਾਂ ਕਿੰਨੀਆਂ ਹਨ ਪੂਰੇ ਆਪਣੇ ਕੋਲ ਬੈਗ ਦੇ ਅੰਦਰ? 8। ਇਹ ਆ ਜਾਏਗਾ ਜੀ 5/8। ਲਾਲ ਗੇਂਦ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੋ ਜਾਏਗੀ? 5/8। ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ? ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਆਪਣੇ ਕਿਸ ਤਰ੍ਹਾਂ ਹੈ ਜੀ, 196 ਦਾ ਆਪਾਂ ਵਰਗਮੂਲ ਪਤਾ ਕਰਨਾ ਹੈ। ਨੀਚੇ 4 ਆਪਸ਼ਨ ਦਿੱਤੀਆਂ ਹੋਈਆਂ ਹਨ ਜੀ, ਅਤੇ ਆਪਾਂ ਕੀ ਕਰਨਾ ਹੈ, ਜਿਹੜੇ ਨੀਚੇ ਆਪਸ਼ਨ ਵਿੱਚ ਨੰਬਰ ਹਨ ਉਸ ਨੰਬਰ ਨੂੰ ਉਸੇ ਨੰਬਰ ਦੇ ਨਾਲ ਮਲਟੀਪਲਾਈ ਕਰਕੇ ਦੇਖਣਾ ਹੈ ਕਿ ਆਪਣੇ ਕੋਲ ਕਿੰਨਾ ਆਂਸਰ ਆਉਂਦਾ ਹੈ। ਜਦੋਂ ਵੀ ਵਰਗਮੂਲ ਵਾਲਾ ਕੁਐਸਚਨ ਇਸ ਤਰ੍ਹਾਂ ਆਵੇ ਤੁਹਾਨੂੰ, ਤਾਂ ਤੁਸੀਂ ਜੋ ਵੀ ਨੰਬਰ ਦਿੱਤੇ ਹਨ ਉਸ ਨੰਬਰ ਨੂੰ ਉਸੇ ਨੰਬਰ ਦੇ ਨਾਲ ਕੀ ਕਰ ਦੇਣਾ ਹੈ? ਮਲਟੀਪਲਾਈ ਕਰ ਦੇਣਾ ਹੈ ਜੀ। 12 ਨੂੰ 12 ਨਾਲ ਗੁਣਾ ਕਰਾਂਗੇ ਅਤੇ ਇਸ ਨੂੰ ਆਪਣੇ ਕੋਲ ਆ ਜਾਏਗਾ 144। 16 ਨੂੰ 16 ਦੇ ਨਾਲ ਗੁਣਾ ਕਰਾਂਗੇ 156। 14 ਨੂੰ 14 ਨਾਲ ਗੁਣਾ ਕਰਾਂਗੇ 196, ਅਤੇ 11 ਨੂੰ 11 ਨਾਲ ਗੁਣਾ ਕਰਾਂਗੇ ਅਤੇ 121। ਅਤੇ ਇਸ ਨੂੰ ਆਪਾਂ ਨੂੰ ਚਾਹੀਦਾ ਹੈ 196, ਅਤੇ ਦੇਖੋ 196 ਕਿੱਥੇ ਆ ਰਿਹਾ ਹੈ ਜੀ? 14 ਨੂੰ 14 ਨਾਲ ਗੁਣਾ ਕਰਕੇ ਆ ਰਿਹਾ ਹੈ। ਇਟ ਮੀਨ 196 ਦਾ ਜੋ ਵਰਗਮੂਲ ਹੈ ਉਹ ਕਿਸ ਦੇ ਇਕੁਅਲ ਟੂ ਆ ਜਾਏਗਾ ਜੀ? 14 ਦੇ ਇਕੁਅਲ ਆਏਗਾ। ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ? ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ, ਸੰਖਿਆ ਦਿੱਤੀ ਹੋਈ ਆਪਾਂ ਨੂੰ 15,119 ਦੇ ਵਰਗ ਦਾ ਇਕਾਈ ਅੰਕ ਕੀ ਹੋਵੇਗਾ? ਅਤੇ ਇਹ ਦੇਖੋ ਆਪਣੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਨੰਬਰ ਆਪਣੇ ਕੋਲ ਹੈ ਜੀ 15,119। ਆਪਾਂ ਕੀ ਪਤਾ ਕਰਨਾ ਹੈ? ਵਰਗ ਦਾ ਇਕਾਈ ਅੰਕ। ਅਤੇ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਸ ਦਾ ਇਕਾਈ ਅੰਕ ਕਿਹੜਾ ਹੈ ਜੀ। ਅਤੇ ਇਕਾਈ ਅੰਕ ਕਿਹੜਾ ਹੁੰਦਾ ਜੀ? ਸੱਜੇ ਪਾਸੇ ਜੋ ਸਭ ਤੋਂ ਪਹਿਲਾ ਨੰਬਰ ਹੈ ਉਹ ਕੀ ਹੁੰਦਾ ਹੈ ਆਪਣੇ ਕੋਲ? ਇਕਾਈ ਅੰਕ। ਇਟ ਮੀਨ ਇਸ ਦਾ ਜੋ ਇਕਾਈ ਅੰਕ ਹੈ ਉਹ 9 ਹੈ। ਬਟ ਆਪਾਂ ਕੀ ਪਤਾ ਕਰਨਾ ਇਸ ਦਾ? ਵਰਗ ਦਾ ਇਕਾਈ ਅੰਕ। ਅਤੇ ਵਰਗ ਆਪਾਂ ਕਿਸ ਤਰ੍ਹਾਂ ਪਤਾ ਕਰਨਾ ਹੈ ਜੀ? ਆਪਾਂ ਇਸ 9 ਦਾ ਵਰਗ ਕਰ ਦੇਣਾ ਹੈ ਜੀ। 9 ਦਾ ਵਰਗ ਮਤਲਬ 9 ਦੀ ਘਾਤ 2, ਅਤੇ 9 ਦਾ ਵਰਗ ਕਿਸ ਤਰ੍ਹਾਂ ਪਤਾ ਕਰਾਂਗੇ? 9 ਨੂੰ 9 ਦੇ ਨਾਲ ਗੁਣਾ ਕਰਾਂਗੇ। 9 ਨਾਲ 81, ਇਹ ਆ ਗਿਆ ਜੀ 81, 81। ਅਤੇ ਹੁਣ ਆਪਾਂ ਇਹ ਜੋ 81 ਆਪਣੇ ਕੋਲ ਆਇਆ ਹੈ ਇਸ ਦਾ ਆਪਣਾ ਇਕਾਈ ਅੰਕ ਚੈੱਕ ਕਰਨਾ ਹੈ ਜੀ। ਇਕਾਈ ਅੰਕ ਕਿਹੜਾ ਹੈ? ਸੱਜੇ ਪਾਸਿਓਂ ਪਹਿਲਾ, ਅਤੇ ਉਹ ਆਪਣੇ ਕੋਲ ਹੈ ਜੀ 1। ਇਟ ਮੀਨ 15,119 ਦੇ ਵਰਗ ਦਾ ਜੋ ਇਕਾਈ ਅੰਕ ਹੈ ਉਹ ਕਿੰਨਾ ਆ ਜਾਏਗਾ? 1 ਦੇ ਇਕੁਅਲ ਆ ਜਾਏਗਾ। ਇਟ ਮੀਨ ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਹੈ ਜੀ, 4:5 ਨੂੰ ਪ੍ਰਤੀਸ਼ਤ ਦੇ ਰੂਪ ਵਿੱਚ ਬਦਲੋ। ਅਤੇ ਨੀਚੇ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਦੇਖੋ ਆਪਣੇ ਕੋਲ 4:5 ਹੈ, ਇਸ ਨੂੰ ਆਪਾਂ ਲਿਖਣਾ ਹੈ ਜੀ 4/5। ਗੁਣਾ ਕਰ ਦੇਣਾ ਹੈ ਕਿਉਂਕਿ ਪ੍ਰਤੀਸ਼ਤ ਦੇ ਰੂਪ ਵਿੱਚ ਬਦਲਣਾ ਹੈ, ਅਤੇ ਇਸ ਨੂੰ ਆਪਾਂ ਗੁਣਾ ਕਰ ਦੇਣਾ ਹੈ 100% ਦੇ ਨਾਲ। ਗੁਣਾ ਕਰ ਦੇਣਾ ਹੈ। ਹੁਣ ਇਸ ਦੀ ਹੁਣ ਆਪਾਂ ਕਰ ਦੇਣੀ ਹੈ ਜੀ ਕਟਿੰਗ। ਦੇਖੋ 5 ਦੇ ਪਹਾੜੇ ਵਿੱਚ 100 ਕੱਟਿਆ ਜਾਏਗਾ 20, ਅਤੇ 20 5 100। ਅਤੇ ਹੁਣ ਆਪਣੇ ਕੋਲ ਕੀ ਉੱਪਰ ਬਚ ਗਿਆ ਹੈ? 4 ਅਤੇ 20। 4 ਅਤੇ 20 ਨੂੰ ਆਪਾਂ ਕੀ ਕਰ ਦੇਣਾ ਹੈ? ਵਿਚਕਾਰ ਸਾਈਨ ਕਿਹੜਾ ਹੈ? ਗੁਣਾ ਦਾ। ਅਤੇ 4 ਗੁਣਾ 20 ਕਿੰਨਾ ਆ ਜਾਏਗਾ ਜੀ? 80%। ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ? ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਜੀ, ਇਹ ਵੀ ਕੁਐਸਚਨ ਕਾਫੀ ਵਾਰ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਕਰਵਾ ਚੁੱਕਾ ਹਾਂ ਕਿ ਹੇਠ ਲਿਖਿਆਂ ਵਿੱਚੋਂ ਕਿਸ ਸਥਿਤੀ ਦੇ ਵਿੱਚ ਲਾਭ ਹੋਵੇਗਾ। ਨੀਚੇ 4 ਆਪਸ਼ਨ ਦਿੱਤੀਆਂ ਹੋਈਆਂ ਹਨ, ਅਤੇ ਇਸ ਨੂੰ ਆਪਾਂ ਨੂੰ ਪਹਿਲਾਂ ਲਾਭ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ ਜੀ। ਲਾਭ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਜੀ, ਵੇਚ ਮੁੱਲ ਦੇ ਵਿੱਚੋਂ ਆਪਾਂ ਖਰੀਦ ਮੁੱਲ ਨੂੰ ਘਟਾਉਣਾ ਹੁੰਦਾ ਹੈ। ਵੇਚ ਮੁੱਲ ਘਟਾਓ ਖਰੀਦ ਮੁੱਲ। ਅਤੇ ਧਿਆਨ ਨਾਲ ਦੇਖੋ ਆਪਣੇ ਕੋਲ ਚਾਰੋਂ ਆਪਸ਼ਨ ਦੇ ਵਿੱਚ ਜਿੱਥੇ ਵੀ ਆਪਣੇ ਕੋਲ ਜੋ ਵੇਚ ਮੁੱਲ ਹੈ ਉਹ ਖਰੀਦ ਮੁੱਲ ਤੋਂ ਕੀ ਹੋਣਾ ਚਾਹੀਦਾ ਹੈ ਜੀ? ਵੱਧ ਹੋਣਾ ਚਾਹੀਦਾ ਹੈ। ਇਟ ਮੀਨ ਦੇਖੋ ਜੀ ਆਪਣੇ ਕੋਲ ਦੂਸਰੀ ਆਪਸ਼ਨ ਹੈ, ਜਦੋਂ ਵੇਚ ਮੁੱਲ ਖਰੀਦ ਮੁੱਲ ਤੋਂ ਵੱਧ ਹੋਵੇ ਤਾਂ ਉਸ ਸਮੇਂ ਕੀ ਹੁੰਦਾ ਹੈ? ਆਪਾਂ ਨੂੰ ਲਾਭ ਹੁੰਦਾ ਹੈ। ਹੁਣ ਸੁਣ ਤੁਹਾਡੇ ਲਈ ਇੱਕ ਕੁਐਸਚਨ ਹੋਰ ਇਸ ਦੇ ਵਿੱਚ ਆ ਸਕਦਾ ਹੈ, ਜੇਕਰ ਲਾਭ ਦੀ ਜਗ੍ਹਾ ਉਹਨਾਂ ਨੇ ਹਾਨੀ ਲਿਖਿਆ ਹੋਇਆ, ਮੰਨ ਲਓ ਕਿ ਲਾਭ ਦੀ ਜਗ੍ਹਾ ਹਾਨੀ ਹੈ, ਫਿਰ ਕਿਹੜੀ ਆਪਸ਼ਨ ਆਏਗੀ? ਮੰਨ ਲਓ
ਜੇ ਆਪਣੇ ਕੋ ਹਾਨੀ ਲਿਖਿਆ ਹੋਵੇ ਤੇ ਹਾਨੀ ਵਿੱਚ ਕੀ ਹੁੰਦਾ ਹੈ ਜੀ, ਆਪਣੇ ਕੋ ਹਾਨੀ ਦਾ ਫਾਰਮੂਲਾ ਹੁੰਦਾ ਹੈ ਖਰੀਦ ਮੁੱਲ ਦੇ ਵਿੱਚੋਂ ਆਪਾਂ ਵੇਚ ਮੁੱਲ ਨੂੰ ਘਟਾਉਣਾ ਹੁੰਦਾ ਹੈ ਜੀ। ਤੇ ਹੁਣ ਤੁਹਾਨੂੰ ਸਮਝ ਲੱਗ ਹੀ ਗਿਆ ਹੋਏਗਾ, ਇਸ ਦੇ ਵਿੱਚ ਖਰੀਦ ਮੁੱਲ ਵੱਧ ਹੋਣਾ ਚਾਹੀਦਾ ਹੈ ਤੇ ਵੇਚ ਮੁੱਲ ਘੱਟ ਹੋਣਾ ਚਾਹੀਦਾ ਹੈ। ਜੇਕਰ ਹਾਨੀ ਵਾਲਾ ਕੁਐਸਚਨ ਹੁੰਦਾ ਹੈ ਤਾਂ ਤੁਹਾਡੀ ਪਹਿਲੀ ਆਪਸ਼ਨ ਆਏਗੀ, ਬਟ ਇੱਥੇ ਆਪਣੇ ਕੋਲ ਲਾਭ ਲਿਖਿਆ ਹੈ ਇਸ ਲਈ ਆਪਣੇ ਕੋਲ ਸੈਕਿੰਡ ਆਪਸ਼ਨ ਆਏਗੀ ਜੀ। ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਬਹੁਪਦ ਦਿੱਤਾ ਹੋਇਆ ਹੈ a ਦੀ ਘਾਤ 2 ਜਮਾ 3a ਜਮਾ 2, ਇਹ ਕਿਸ ਪ੍ਰਕਾਰ ਦਾ ਬਹੁਪਦ ਹੈ। ਧਿਆਨ ਨਾਲ ਦੇਖੋ, a ਦੀ ਘਾਤ 2 ਜਮਾ 3a ਜਮਾ 2, ਤੇ ਇਹ ਕਿਸ ਪ੍ਰਕਾਰ ਦਾ ਬਹੁਪਦ ਹੈ। ਇਸ ਦੇ ਵਿੱਚ ਦੇਖੋ ਕਿੰਨੇ ਪਦ ਹਨ। ਇਹ ਦੇਖੋ ਜੀ ਆਪਣੇ ਕੋਲ ਇਹ ਪਹਿਲਾ ਪਦ ਹੈ, ਇਹ ਦੂਸਰਾ ਪਦ ਹੈ ਤੇ ਇਹ ਤੀਸਰਾ ਪਦ ਹੈ। ਇਟ ਮੀਨ ਇਹ ਆਪਣੇ ਕੋਲ ਕੀ ਹੈ ਜੀ, ਇੱਕ 3 ਪਦੀ ਬਹੁਪਦ ਹੈ। ਇਟ ਮੀਨ ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਘਣਾਵ ਦਾ ਆਇਤਨ ਪਤਾ ਕਰਨ ਦਾ ਸੂਤਰ ਕੀ ਹੁੰਦਾ ਹੈ। ਤੇ ਇਸ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਘਣਾਵ ਕਿਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਜੀ। ਘਣਾਵ ਹੁੰਦਾ ਹੈ ਆਪਣੇ ਕੋਲ ਜਿਸ ਤਰ੍ਹਾਂ ਕਮਰੇ ਦੀ ਲੰਬਾਈ ਜ਼ਿਆਦਾ ਹੋਵੇ ਤੇ ਚੌੜਾਈ ਘੱਟ ਹੋਵੇ, ਇਸ ਤਰ੍ਹਾਂ ਦੇ ਕਮਰੇ ਨੂੰ ਆਪਾਂ ਕੀ ਕਹਿ ਦਿੰਦੇ ਹਨ, ਘਣਾਵ ਸ਼ੇਪ ਕਹਿ ਦਿੰਦੇ ਹਨ। ਹੁਣ ਘਣਾਵ ਦੀ ਪਹਿਲਾਂ ਆਪਾਂ ਇੱਕ ਸ਼ੇਪ ਬਣਾ ਲੈਂਦੇ ਹਨ, ਉਸ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ ਜੀ। ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਘਣਾਵ ਦੀ ਸ਼ੇਪ ਬਣਾਉਣੀ ਹੈ, ਆਪਾਂ ਪਹਿਲਾਂ ਇੱਥੇ ਇੱਕ ਆਇਤ ਬਣਾ ਲੈਂਦੇ ਹਾਂ ਜੀ। ਇੱਕ ਆਇਤ ਇਸ ਤਰ੍ਹਾਂ, ਫਿਰ ਇੱਕ ਆਇਤ ਆਪਾਂ ਇਸ ਤਰ੍ਹਾਂ ਬਣਾ ਦਿੰਦੇ ਹਨ ਤੇ ਇਹ ਆਪਣੇ ਕੋਲ ਸ਼ੇਪ ਕਿਸ ਦੀ ਬਣ ਜਾਏਗੀ ਜੀ, ਇੱਕ ਇਸ ਦੇ ਕਾਰਨਰ ਪੁਆਇੰਟ ਨੂੰ ਆਪਾਂ ਜੋੜ ਦੇਣਾ ਹੈ ਤੇ ਇਹ ਜੋ ਸ਼ੇਪ ਹੈ ਇਹ ਆਪਣੇ ਕੋਲ ਇੱਕ ਘਣਾਵ ਦੀ ਸ਼ੇਪ ਹੈ ਜੀ। ਤੇ ਇਹ ਦੇਖੋ ਇਸ ਤਰ੍ਹਾਂ ਦੀ ਸ਼ੇਪ ਤੁਸੀਂ ਦੇਖੀ ਹੋਏਗੀ। ਜਿਸ ਕਮਰੇ ਵਿੱਚ ਤੁਸੀਂ ਸਕੂਲ ਵਿੱਚ ਤੁਹਾਡੀਆਂ ਕਲਾਸਾਂ ਲੱਗਦੀਆਂ ਹਨ ਉਸ ਦੀ ਕੀ ਹੁੰਦੀ ਹੈ, ਲੰਬਾਈ ਜ਼ਿਆਦਾ ਹੁੰਦੀ ਹੈ ਤੇ ਚੌੜਾਈ ਘੱਟ ਹੁੰਦੀ ਹੈ। ਇਹ ਦੇਖੋ ਇਹ ਇਸ ਦੀ ਕੀ ਹੈ ਜੀ, ਲੰਬਾਈ ਹੈ, ਇਸ ਨੂੰ ਆਪਾਂ L ਕਹਿ ਦਿੰਦੇ ਹਾਂ ਲੰਬਾਈ। ਇਹ ਕਮਰੇ ਦੀ ਚੌੜਾਈ ਹੈ, ਚੌੜਾਈ ਆਪਣੇ ਕੋਲ ਘੱਟ ਹੈ ਤੇ ਇਹ ਕਮਰੇ ਦੀ ਹੈ ਜੀ ਆਪਣੇ ਕੋਲ ਉਚਾਈ। ਤੇ ਜਦੋਂ ਕਮਰੇ ਦੀ ਜੋ ਲੰਬਾਈ ਹੈ ਉਹ ਜ਼ਿਆਦਾ ਹੋਵੇ, ਚੌੜਾਈ ਘੱਟ ਹੋਵੇ, ਤਾਂ ਉਹ ਜੋ ਕਮਰਾ ਹੁੰਦਾ ਹੈ ਉਹ ਕਿਸ ਸ਼ੇਪ ਦਾ ਹੁੰਦਾ ਹੈ ਜੀ, ਆਪਣੇ ਕੋਲ ਘਣਾਵ ਸ਼ੇਪ ਦਾ ਹੁੰਦਾ ਹੈ। ਤੇ ਆਪਾਂ ਇਸ ਦਾ ਕੀ ਪਤਾ ਕਰਨਾ ਹੈ, ਆਇਤਨ। ਆਇਤਨ ਦਾ ਕੀ ਮਤਲਬ ਹੁੰਦਾ ਹੈ ਕਿ ਮੰਨ ਲਓ ਜਿਸ ਕਮਰੇ ਵਿੱਚ ਤੁਸੀਂ ਬੈਠੇ ਹੋ, ਘਣਾਵਕਾਰ ਸ਼ੇਪ ਦਾ ਕਮਰਾ ਹੈ, ਉਸ ਕਮਰੇ ਦੇ ਵਿੱਚ ਕਿੰਨੀ ਹਵਾ ਹੈ, ਉਸ ਪੂਰੇ ਕਮਰੇ ਦੇ ਅੰਦਰ ਕਿੰਨੀ ਹਵਾ ਹੈ, ਜਾਂ ਜੇਕਰ ਉਸ ਕਮਰੇ ਨੂੰ ਪਾਣੀ ਦੇ ਨਾਲ ਭਰਿਆ ਜਾਵੇ ਤਾਂ ਉਸ ਕਮਰੇ ਦੇ ਅੰਦਰ ਕਿੰਨਾ ਪਾਣੀ ਭਰਿਆ ਜਾ ਸਕਦਾ ਹੈ, ਉਸ ਨੂੰ ਉਸ ਦਾ ਕੀ ਕਹਿ ਦਿੰਦੇ ਹਨ, ਆਇਤਨ ਕਿਹਾ ਜਾਂਦਾ ਹੈ। ਤੇ ਆਇਤਨ ਦਾ ਫਾਰਮੂਲਾ ਕੀ ਹੁੰਦਾ ਹੈ ਜੀ, ਉਸ ਦਾ ਫਾਰਮੂਲਾ ਆਇਤਨ ਦਾ, ਘਣਾਵ ਦੇ ਆਇਤਨ ਦਾ ਫਾਰਮੂਲਾ ਕੀ ਹੁੰਦਾ ਹੈ ਜੀ, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਲੰਬਾਈ, ਚੌੜਾਈ ਅਤੇ ਉਚਾਈ ਨੂੰ ਜੇਕਰ ਆਪਾਂ ਗੁਣਾ ਕਰ ਦਿੰਦੇ ਹਨ ਤਾਂ ਉਹ ਕੀ ਆ ਜਾਂਦਾ ਹੈ, ਘਣਾਵ ਦਾ ਆਇਤਨ ਆ ਜਾਂਦਾ ਹੈ। ਤੇ ਦੇਖੋ ਇਹਨਾਂ ਆਪਸ਼ਨ ਵਿੱਚ ਕਿਹੜੀ ਆਪਸ਼ਨ ਆਪਣੇ ਕੋਲ ਸਹੀ ਹੈ ਜੀ, ਤੇ ਨਜ਼ਰ ਆ ਰਿਹਾ ਹੈ ਸੀ ਆਪਸ਼ਨ LBH, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਇਹ ਆਪਣੇ ਕੋਲ ਸਹੀ ਆਪਸ਼ਨ ਹੈ ਜੀ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਇੱਕ ਘਣਾਵ ਦੇ ਕਿੰਨੇ ਕਿਨਾਰੇ ਹੁੰਦੇ ਹਨ। ਤੇ ਫਿਰ ਦੇਖੋ ਆਪਾਂ ਘਣਾਵ ਕੀ ਹੁੰਦਾ ਹੈ, ਤੁਹਾਨੂੰ ਪਹਿਲਾਂ ਦੱਸਿਆ ਹੋਇਆ ਹੈ, ਇੱਕ ਅਜਿਹਾ ਬਕਸਾ ਜਿਸ ਦੇ ਵਿੱਚ ਲੰਬਾਈ ਜ਼ਿਆਦਾ ਹੋਵੇ ਤੇ ਚੌੜਾਈ ਉਸਦੀ ਘੱਟ ਹੋਵੇ। ਇਸ ਤਰ੍ਹਾਂ ਦੇ ਬਕਸੇ ਨੂੰ ਕੀ ਕਿਹਾ ਜਾਂਦਾ ਹੈ, ਜਾਂ ਇਸ ਤਰ੍ਹਾਂ ਦੇ ਕਮਰੇ ਨੂੰ ਕੀ ਕਿਹਾ ਜਾਂਦਾ ਹੈ, ਘਣਾਵ ਕਿਹਾ ਜਾਂਦਾ ਹੈ। ਇਹ ਦੇਖੋ ਇੱਕ ਆਪਣੇ ਕੋਲ ਕਮਰਾ ਹੈ ਜਾਂ ਇਸ ਤਰ੍ਹਾਂ ਦਾ ਇੱਕ ਆਪਣੇ ਕੋਲ ਬਕਸਾ ਹੈ ਜਿਸ ਵਿੱਚ ਲੰਬਾਈ ਜ਼ਿਆਦਾ ਤੇ ਚੌੜਾਈ ਉਸਦੀ ਘੱਟ ਹੈ, ਤਾਂ ਇਸ ਤਰ੍ਹਾਂ ਦੇ ਬਕਸੇ ਨੂੰ ਕੀ ਕਿਹਾ ਜਾਂਦਾ ਹੈ, ਘਣਾਵ ਕਿਹਾ ਜਾਂਦਾ ਹੈ ਜੀ। ਹੁਣ ਆਪਾਂ ਪਤਾ ਕਰਨਾ ਇਸ ਦੇ ਕਿਨਾਰੇ। ਕਿਨਾਰੇ ਕਿਹੜੇ ਹੁੰਦੇ ਹਨ ਇਹਨਾਂ ਦੀ, ਦੇਖੋ ਜੀ ਇਹ ਜੋ ਲਾਈਨਾਂ ਹਨ ਇਹਨਾਂ ਨੂੰ ਆਪਾਂ ਕਿਨਾਰੇ ਕਹਿ ਦਿੰਦੇ ਹਨ। ਆਪਾਂ ਗਿਣਦੇ ਹਾਂ ਕਿੰਨੇ ਹੈ ਜੀ, ਦੇਖੋ 1 2 3 4, 4 ਕਿਨਾਰੇ ਇੱਥੇ ਹੋ ਗਿਆ ਜੀ। ਪੰਜਵਾਂ ਕਿਨਾਰਾ, 6ਵਾਂ 7 8, 8 ਕਿਨਾਰੇ, 9 10 11 ਤੇ 12। ਇਟ ਮੀਨ ਘਣਾਵ ਦੇ ਕਿੰਨੇ ਕਿਨਾਰੇ ਹੁੰਦੇ ਹਨ ਜੀ, 12 ਕਿਨਾਰੇ ਹੁੰਦੇ ਹਨ। ਡੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ, 3 ਦੀ ਘਾਤ 4 ਘਟਾਓ 2 ਗੁਣਾ 2 ਦਾ ਮੁੱਲ ਕੀ ਹੋਏਗਾ। ਧਿਆਨ ਨਾਲ ਦੇਖੋ, 3 ਦੀ ਘਾਤ 4 ਘਟਾਓ 2 ਗੁਣਾ 2, ਤੇ ਇਸ ਨੂੰ ਹੱਲ ਕਿਸ ਤਰ੍ਹਾਂ ਕਰਨਾ ਹੈ ਜੀ। ਦੇਖੋ ਪਹਿਲਾਂ 3 ਦੀ ਘਾਤ 4 ਘਟਾਓ 2 ਨੂੰ 2 ਦੇ ਨਾਲ ਗੁਣਾ ਕਰਾਂਗੇ, ਇਸ ਨੂੰ ਆਪਣੇ ਕੋਲ 4 ਹੀ ਆ ਜਾਏਗਾ। ਦੇਖੋ 2 ਨੂੰ 2 ਨਾਲ ਗੁਣਾ ਕਰਕੇ ਆਪਣੇ ਕੋਲ 4 ਆ ਗਿਆ। ਇਟ ਮੀਨ ਇਹ ਬਣ ਗਿਆ 3 ਦੀ ਘਾਤ 4 ਘਟਾਓ 4, ਤੇ 3 ਦੀ ਘਾਤ 4 ਵਿੱਚੋਂ 4 ਘਟਾਵਾਂਗੇ ਤੇ ਇੱਥੇ ਉੱਪਰ ਆਪਣੇ ਕੋਲ 0 ਆ ਜਾਏਗਾ। ਤੇ ਕਿਸੇ ਵੀ ਨੰਬਰ ਦੀ ਜੇਕਰ ਘਾਤ 0 ਹੋਵੇ ਤਾਂ ਉਸ ਨੂੰ ਕਿਸ ਦੇ ਬਰਾਬਰ ਹੁੰਦਾ ਹੈ ਜੀ, 1 ਦੇ ਬਰਾਬਰ ਹੁੰਦਾ ਹੈ। ਇਟ ਮੀਨ ਕਿਹੜੀ ਆਪਸ਼ਨ ਆ ਜਾਏਗੀ ਰਾਈਟ ਜੀ, ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਅਗਲਾ ਕੁਐਸਚਨ ਇਸ ਤਰ੍ਹਾਂ ਹੈ ਜੀ, 6y ਅਤੇ 21yz ਦਾ ਸਾਂਝਾ ਗੁਣਨਖੰਡ ਕੀ ਹੋਵੇਗਾ।
ਤੇ ਧਿਆਨ ਨਾਲ ਦੇਖੋ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਪਹਿਲਾਂ ਆਪਾਂ 6y ਦੇ ਗੁਣਨਖੰਡ ਬਣਾਉਣੇ ਹਨ ਜੀ। 6y ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ, 6 ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ ਜੀ, 2 ਗੁਣਾ 3, ਅਤੇ y ਨੂੰ ਆਪਾਂ ਇਸੇ ਤਰ੍ਹਾਂ ਲਿਖ ਦੇਣਾ ਹੈ। ਇਸ ਤਰ੍ਹਾਂ ਦੇਖੋ ਆਪਣੇ ਕੋਲ ਅਗਲਾ ਨੰਬਰ ਹੈ ਜੀ 21yz, 21yz। ਹੁਣ ਆਪਾਂ ਪਹਿਲਾਂ 21 ਨੂੰ ਦੇਖੋ ਕਿੱਦਾਂ ਲਿਖਿਆ ਜਾ ਸਕਦਾ ਹੈ ਜੀ। 21 ਨੂੰ ਲਿਖ ਸਕਦੇ ਹਾਂ ਆਪਾਂ 3 ਗੁਣਾ 7, ਸੱਤੂ ਤੇ 21 ਨਾਲ y ਅਤੇ ਨਾਲ ਹੀ z ਹੈ। ਅਤੇ ਹੁਣ ਆਪਾਂ ਦੇਖਣਾ ਇਹਨਾਂ ਵਿੱਚ ਸਾਂਝਾ ਦੇਖੋ ਕੀ ਹੈ। ਇਹ ਦੇਖੋ ਉੱਪਰ ਵੀ 3 ਹੈ, ਨੀਚੇ ਵੀ 3 ਹੈ। ਇੱਕ ਤਾਂ ਆਪਣੇ ਕੋਲ 3 ਸਾਂਝਾ ਹੋ ਗਿਆ, ਉੱਪਰ ਵੀ y ਹੈ, ਨੀਚੇ ਵੀ ਆਪਣੇ ਕੋਲ y ਹੈ, ਅਤੇ ਇੱਕ ਆਪਣੇ ਕੋਲ y ਸਾਂਝਾ ਹੋ ਗਿਆ। ਇਟ ਮੀਨ ਆਪਣੇ ਕੋਲ ਸਾਂਝਾ ਗੁਣਨਖੰਡ ਕਿਹੜਾ ਆ ਗਿਆ ਹੈ ਇਹਨਾਂ ਵਿੱਚੋਂ ਜੀ, ਆਪਣੇ ਕੋਲ ਆਪਾਂ ਲਿਖ ਦੇਣਾ ਹੈ ਇਹਨਾਂ ਦਾ ਸਾਂਝਾ ਗੁਣਨਖੰਡ। ਇਹਨਾਂ ਵਿੱਚ ਸਾਂਝਾ ਗੁਣਨਖੰਡ ਆਪਣੇ ਕੋਲ ਆ ਗਿਆ ਹੈ ਇੱਕ 3 ਅਤੇ ਇੱਕ y। ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ, ਫਸਟ ਵਾਲੀ ਆਪਸ਼ਨ ਆਪਣੇ ਕੋਲ ਸਹੀ ਹੈ ਜੀ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਜੇ n ਨੂੰ 5 ਨਾਲ ਆਪਾਂ ਭਾਗ ਕਰੀਏ ਅਤੇ ਬਾਕੀ 2 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ n ਦਾ ਇਕਾਈ ਅੰਕ ਕੀ ਹੋਵੇਗਾ, ਇਹ ਆਪਾਂ ਪਤਾ ਕਰਨਾ ਹੈ। ਅਤੇ ਸਟੂਡੈਂਟ ਇਸ ਦਾ ਆਪਣੇ ਕੋਲ ਰਾਈਟ ਆਪਸ਼ਨ ਹੈ ਜੀ ਸੀ ਆਪਸ਼ਨ ਹੈ ਜੀ, ਆਪਣੇ ਕੋਲ 2 ਜਾਂ 7। ਅਤੇ ਇਹ ਦੇਖੋ ਕਿਸ ਤਰ੍ਹਾਂ ਜੀ, ਆਪਣੇ ਕੋਲ ਆਪਾਂ n ਨੂੰ ਜੇਕਰ 5 ਨਾਲ ਭਾਗ ਕੀਤਾ ਹੈ ਅਤੇ ਆਪਣੇ ਕੋਲ ਜੋ ਬਾਕੀ ਹੈ ਉਹ 2 ਬਚਣਾ ਚਾਹੀਦਾ ਹੈ ਜੀ। ਅਤੇ ਆਪਾਂ ਦੋਨੋਂ ਹੀ ਆਪਸ਼ਨ ਨੂੰ ਕਰਕੇ ਦੇਖਦੇ ਹਾਂ। ਪਹਿਲਾਂ ਦੇਖੋ 2 ਨੂੰ ਜੇਕਰ ਆਪਾਂ 5 ਨਾਲ ਭਾਗ ਕਰਦੇ ਹਾਂ ਅਤੇ 2 ਤੋਂ ਛੋਟਾ ਨੰਬਰ 5 ਦੇ ਪਹਾੜੇ ਵਿੱਚ 0 'ਤੇ ਆਉਂਦਾ ਹੈ, 0 5 ਦਾ 0 ਆ ਜਾਂਦਾ ਜੀ ਆਪਣੇ ਕੋਲ, ਨੀਚੇ 2 ਬਚ ਜਾਏਗਾ। ਇਸੇ ਤਰ੍ਹਾਂ ਜੇਕਰ ਆਪਾਂ 7 ਨੂੰ ਵੀ ਭਾਗ ਕਰਦੇ ਹਾਂ 5 ਦੇ ਨਾਲ ਅਤੇ 5 ਏਕਮ 5 ਅਤੇ ਨੀਚੇ ਆਪਣੇ ਕੋਲ ਕੀ ਬਚ ਜਾਏਗਾ ਜੀ 2। ਅਤੇ ਆਪਾਂ ਨੂੰ ਇਹੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਕਿ ਨੀਚੇ ਆਪਣੇ ਕੋਲ ਕੀ ਬਚਣਾ ਚਾਹੀਦਾ ਹੈ, 2 ਬਚਣਾ ਚਾਹੀਦਾ ਹੈ। ਅਤੇ ਇਸ n ਦੀ ਜਗ੍ਹਾ ਆਪਾਂ ਕਿਹੜੇ ਨੰਬਰ ਰੱਖ ਕੇ ਦੇਖ ਲਿਆ ਜੀ, 2 ਅਤੇ 7। ਦੋਨੋਂ ਹੀ ਕੇਸ ਦੇ ਵਿੱਚ ਜੋ ਨੀਚੇ ਬਾਕੀ ਬਚਿਆ ਹੈ ਇਹ ਆਪਣੇ ਕੋਲ ਕੀ ਹੈ ਜੀ, ਨੀਚੇ ਬਾਕੀ। ਅਤੇ ਬਾਕੀ ਦੋਨੋਂ ਹੀ ਕੇਸਿਸ ਵਿੱਚ ਆਪਣੇ ਕੋਲ ਕੀ ਬਚੇਗਾ ਜੀ, 2 ਬਚੇਗਾ। ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ, 2 ਜਾਂ 7 ਆ ਜਾਏਗਾ ਆਪਣੇ ਕੋਲ ਆਪਸ਼ਨ ਦੇ ਵਿੱਚ। ਹੁਣ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ, 10 ਤੋਂ 20, 20 ਤੋਂ 30, 30 ਤੋਂ 40 ਆਦਿ ਹਰੇਕ ਵਰਗ ਅੰਤਰਾਲ ਦਾ ਮਾਪ ਕੀ ਹੈ। ਅਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਵਰਗ ਅੰਤਰਾਲ ਦਾ ਮਾਪ ਕਿੰਨਾ ਹੈ ਜੀ, 10। ਦੇਖੋ ਧਿਆਨ ਨਾਲ 10 ਤੋਂ 20 ਇਸ ਦੇ ਵਿੱਚ ਵੀ 10 ਦਾ ਗੈਪ ਹੈ, 20 ਤੋਂ 30 ਇਸ ਦੇ ਵਿੱਚ ਵੀ 10 ਦਾ ਗੈਪ ਹੈ, ਅਤੇ 30 ਤੋਂ 40 ਇਸ ਦੇ ਵਿੱਚ ਵੀ 10 ਦਾ ਗੈਪ ਹੈ। ਇਟ ਮੀਨ ਆਪਣੇ ਕੋਲ ਜੋ ਵਰਗ ਅੰਤਰਾਲ ਦਾ ਮਾਪ ਹੈ ਕਿੰਨਾ ਆ ਜਾਏਗਾ, 10 ਆ ਜਾਏਗਾ। ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਹੁਣ ਸੈਕਿੰਡ ਕੁਐਸਚਨ ਸਟਾਰਟ ਕਰਦੇ ਹਾਂ ਜੀ। ਸੈਕਿੰਡ ਕੁਐਸਚਨ ਵਿੱਚ ਹੈ, ਦਿੱਤੇ ਪ੍ਰਸ਼ਨ ਲਈ ਸਹੀ ਗਲਤ ਉੱਤਰ ਚੁਣੋ। ਹਰੇਕ ਪ੍ਰਸ਼ਨ ਜੋ ਹੈ 1 ਨੰਬਰ ਦਾ ਹੋਏਗਾ ਜੀ। ਹੁਣ 8 ਕੁਐਸਚਨ ਆਪਣੇ ਕੋਲ ਹਨ ਜੀ ਸਹੀ ਗਲਤ ਵਾਲੇ। ਅਤੇ ਪਹਿਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਕਿਸੇ ਸਮਚਤੁਰਭੁਜ ਦੇ ਵਿਕਰਣ ਹਮੇਸ਼ਾ ਬਰਾਬਰ ਹੁੰਦੇ ਹਨ। ਅਤੇ ਇਸ ਨੂੰ ਆਪਣੇ ਕੋਲ ਇੱਕ ਗਲਤ ਸਟੇਟਮੈਂਟ ਹੈ ਜੀ। ਹੁਣ ਇਸ ਨੂੰ ਦੇਖਦੇ ਹਾਂ ਕਿ ਨੀਚੇ ਤੁਹਾਡੇ ਕੋਲ ਇੱਕ ਸਮਚਤੁਰਭੁਜ ਨਜ਼ਰ ਆ ਰਹੀ ਹੈ ਅਤੇ ਇਸ ਦੇ ਵਿਕਰਣ ਕਿਸ ਤਰ੍ਹਾਂ ਬਣਨਗੇ ਜੀ। ਇਹ ਦੇਖੋ ਜੀ, ਇਸ ਦੇ ਜੋ ਆਮਣੇ ਸਾਹਮਣੇ ਵਾਲੇ ਵਰਟੈਕਸ ਹੁੰਦੇ ਹਨ, ਕਾਰਨਰ, ਜਾਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਨ ਪੰਜਾਬੀ ਵਿੱਚ ਸਿਖਰ। ਇਸ ਸਿਖਰ ਨੂੰ ਇਸ ਸਿਖਰ ਨਾਲ ਜੋੜ ਦਾਂਗੇ ਅਤੇ ਇੱਕ ਵਿਕਰਣ, ਪਹਿਲਾ ਵਿਕਰਣ ਮਿਲ ਗਿਆ ਹੈ ਜੀ। ਹੁਣ ਇਹ ਜੋ ਸਿਖਰ ਹੈ ਇਸ ਸਿਖਰ ਨੂੰ ਇਸ ਸਿਖਰ ਨਾਲ ਜੋੜ ਦਾਂਗੇ ਅਤੇ ਆਪਣੇ ਕੋਲ ਦੂਸਰਾ ਵਿਕਰਣ ਆਪਣੇ ਕੋਲ ਆ ਜਾਏਗਾ। ਅਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ ਦੋਨੋਂ ਹੀ ਵਿਕਰਣ ਹਨ ਉਹਨਾਂ ਦੀ ਜੋ ਲੰਬਾਈ ਹੈ ਉਹ ਬਰਾਬਰ ਨਹੀਂ ਹੈ। ਬਟ ਇੱਥੇ ਕੁਐਸਚਨ ਕੀ ਲਿਖਿਆ ਹੈ ਕਿ ਵਿਕਰਣਾਂ ਦੀ ਜੋ ਲੰਬਾਈ ਹੈ ਉਹ ਹਮੇਸ਼ਾ ਵਿਕਰਣ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ, ਜੋ ਕਿ ਇੱਕ ਗਲਤ ਸਟੇਟਮੈਂਟ ਹੈ ਜੀ। ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਕਿਸੇ ਵਰਗ ਦੀ ਰਚਨਾ ਕੀਤੀ ਜਾ ਸਕਦੀ ਹੈ ਜੇਕਰ ਉਸ ਦੀ ਭੁਜਾ ਦੀ ਲੰਬਾਈ ਪਤਾ ਹੋਵੇ। ਅਤੇ ਸਟੂਡੈਂਟ ਤੁਹਾਨੂੰ ਇਹ ਵਰਗ ਨਜ਼ਰ ਆ ਰਿਹਾ ਹੈ ਸਕਰੀਨ 'ਤੇ ਜੀ। ਵਰਗ ਦੀਆਂ ਸਾਰੀਆਂ ਹੀ ਜੋ ਭੁਜਾਵਾਂ ਹਨ ਉਹ ਕੀ ਹੁੰਦੀਆਂ ਹਨ, ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਅਤੇ ਇਟ ਮੀਨ ਆਪਾਂ ਕਿਸੇ ਵੀ ਜੇਕਰ ਵਰਗ ਦੀ ਰਚਨਾ ਕਰਨੀ ਹੈ ਅਤੇ ਆਪਾਂ ਨੂੰ ਕਿੰਨੇ ਮਾਪ ਪਤਾ ਹੋਣੇ ਚਾਹੀਦੇ ਹਨ, ਉਸਦੇ 5 ਮਾਪ ਪਤਾ ਹੋਣੇ ਚਾਹੀਦੇ ਹਨ ਜੀ। ਕਿਸੇ ਵੀ ਆਪਾਂ ਚਤੁਰਭੁਜ ਦੀ ਰਚਨਾ ਕਰਨੀ ਹੈ ਅਤੇ ਕਿੰਨੇ ਮਾਪ ਚਾਹੀਦੇ ਹਨ, 5 ਮਾਪ ਚਾਹੀਦੇ ਹਨ। ਅਤੇ 4 ਮਾਪ ਤਾਂ ਆਪਾਂ ਨੂੰ ਪਤਾ ਲੱਗ ਜਾਣਗੇ ਕਿਉਂਕਿ ਉਸਦੀ ਭੁਜਾ ਦੀ ਲੰਬਾਈ ਆਪਾਂ ਨੂੰ ਪਤਾ ਹੈ, ਇਸ ਲਈ ਆਪਾਂ ਨੂੰ ਇਸਦੇ 4 ਮਾਪ ਪਤਾ ਲੱਗ ਗਏ ਹਨ। ਅਤੇ ਆਪਾਂ ਨੂੰ ਇੱਕ ਮਾਪ ਹੋਰ ਚਾਹੀਦਾ ਹੈ। ਅਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜੋ ਵਰਗ ਹੈ, ਵਰਗ ਦੇ ਸਾਰੇ ਕੋਣ ਕਿੰਨੇ ਹੁੰਦੇ ਹਨ, 90 ਡਿਗਰੀ ਦੇ ਹੁੰਦੇ ਹਨ। ਅਤੇ ਇਟ ਮੀਨ ਇੱਥੇ ਆਪਾਂ ਨੂੰ ਕੋਣ ਵੀ ਪਤਾ ਲੱਗ ਗਿਆ ਹੈ ਕਿ ਵਰਗ ਦੇ ਕੋਣ 90 ਡਿਗਰੀ ਹੁੰਦੇ ਹਨ ਅਤੇ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਇਸ ਲਈ ਜੇਕਰ ਵਰਗ ਦੀ ਇੱਕ ਭੁਜਾ ਦੀ ਆਪਾਂ ਨੂੰ ਲੰਬਾਈ ਪਤਾ ਹੈ ਤਾਂ ਆਪਾਂ ਉਸ ਦੀ ਰਚਨਾ ਕਰ ਸਕਦੇ ਹਾਂ ਜੀ। ਇਟ ਮੀਨ ਇਹ ਵਾਲਾ ਜੋ ਕੁਐਸਚਨ ਹੈ
ये वाली जो स्टेटमेंट है बिल्कुल सही है जी। ਹੁਣ अगला क्वेश्चन अपने को इस तरह है जी, ਛੜ ਗ੍ਰਾਫ ਦੇ ਵਿੱਚ ਛੜਾਂ ਦੀ ਚੌੜਾਈ ਇੱਕ ਸਮਾਨ ਨਹੀਂ ਹੁੰਦੀ ਹੈ। ਤੇ ਇਸ ਤੋਂ ਨੀਚੇ ਤੁਹਾਨੂੰ ਇੱਕ ਛੜ ਗ੍ਰਾਫ ਨਜ਼ਰ ਆ ਰਿਹਾ ਹੈ ਤੇ ਇਸ ਦੇ ਵਿੱਚ ਇਹ ਆਪਣੇ ਕੋ 5 ਛੜਾਂ ਹਨ ਤੇ ਇਹ ਛੜਾਂ ਦੀ ਦੇਖੋ ਆਪਾਂ ਚੌੜਾਈ ਦੇਖਣੀ ਹੈ ਜੀ। ਦੇਖੋ ਇਹ ਪਹਿਲੇ ਛੜ ਦੀ ਚੌੜਾਈ ਹੈ ਜੀ, ਇਹ ਦੂਸਰੇ ਛੜ ਦੀ ਚੌੜਾਈ ਹੈ, ਤੀਸਰੇ ਛੜ ਦੀ ਚੌੜਾਈ, ਚੌਥੇ ਛੜ ਦੀ ਚੌੜਾਈ ਤੇ ਪੰਜਵੇਂ ਛੜ ਦੀ ਚੌੜਾਈ। ਤੇ ਆਪਾਂ ਨਜ਼ਰ ਆ ਰਿਹਾ ਹੈ ਕਿ ਸਾਰੇ ਹੀ ਜੋ ਛੜਾਂ ਹਨ, ਛੜ ਗ੍ਰਾਫ ਦੇ ਵਿੱਚ ਜੋ ਛੜਾਂ ਹੈ ਉਹਨਾਂ ਦੀ ਚੌੜਾਈ ਇੱਕ ਸਮਾਨ ਹੈ ਆਪਣੇ ਕੋ, ਬਟ ਇੱਥੇ ਕੀ ਲਿਖਿਆ ਹੋਇਆ ਕਿ ਇੱਕ ਸਮਾਨ ਨਹੀਂ ਹੁੰਦੀ ਹੈ। ਇਟ ਮੀਨ ਇਹ ਵਾਲੀ ਜੋ ਸਟੇਟਮੈਂਟ ਹੈ ਉਹ ਇੱਕ ਗਲਤ ਸਟੇਟਮੈਂਟ ਹੈ ਜੀ। ਸੋ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ, a ਦੀ ਘਾਤ 2 ਜਮਾ b ਦੀ ਘਾਤ 2 ਬਰਾਬਰ ਹੈ a ਜਮਾ b ਪੂਰੇ ਦੀ ਘਾਤ 2। ਇਹ ਇੱਕ ਤਤਸਮਕ ਹੈ ਤੇ ਇਸ ਨੂੰ ਆਪਣੇ ਕੋ ਗਲਤ ਹੈ ਜੀ, ਕਿਉਂਕਿ ਸਹੀ ਆਪਣੇ ਕੋ ਤਤਸਮਕ ਕੀ ਹੁੰਦਾ ਹੈ ਜੀ, a ਦੀ ਘਾਤ 2 ਜਮਾ b ਦੀ ਘਾਤ 2 ਜਮਾ 2ab ਬਰਾਬਰ ਹੁੰਦਾ ਹੈ ਜੀ a ਜਮਾ b ਦੀ ਘਾਤ 2। ਪਰ ਕੁਐਸਚਨ ਦੇ ਵਿੱਚ ਆਪਣੇ ਕੋ ਕੀ ਲਿਖਿਆ ਹੋਇਆ ਹੈ, a ਦੀ ਘਾਤ 2 ਜਮਾ b ਦੀ ਘਾਤ 2 ਕਿਸ ਦੇ ਬਰਾਬਰ ਲਿਖਿਆ ਹੋਇਆ ਹੈ, a ਜਮਾ b ਦੀ ਘਾਤ 2 ਦੇ ਬਰਾਬਰ ਲਿਖਿਆ ਹੋਇਆ ਹੈ। ਤੇ ਇਹ ਵਾਲੀ ਜੋ ਟਰਮ ਹੈ 2ab ਇਸ ਦੇ ਵਿੱਚ ਨਹੀਂ ਲਿਖਿਆ ਗਿਆ ਹੈ, ਇਸ ਲਈ ਇਹ ਦੋਨੋਂ ਆਪਸ ਵਿੱਚ ਬਰਾਬਰ ਨਹੀਂ ਹੋਣਗੇ ਜੀ। ਇਹ ਵਾਲਾ ਤਤਸਮਕ ਨਹੀਂ ਹੋਏਗਾ ਤੇ ਇੱਥੇ ਲਿਖਿਆ ਹੋਇਆ ਹੈ ਇਹ ਇੱਕ ਤਤਸਮਕ ਹੈ ਤੇ ਜੋ ਕਿ ਇੱਕ ਗਲਤ ਸਟੇਟਮੈਂਟ ਹੈ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਇਸ ਕੁਐਸਚਨ ਨੂੰ ਸਿਰਫ ਤੁਸੀਂ ਯਾਦ ਹੀ ਰੱਖਣਾ ਹੈ ਕਿ ਪਹਿਲੇ ਸਾਲ ਦੇ ਲਈ ਜੋ ਮਿਸ਼ਰਤ ਵਿਆਜ ਹੁੰਦਾ ਹੈ ਤੇ ਜੋ ਸਧਾਰਨ ਵਿਆਜ ਹੁੰਦਾ ਹੈ ਉਹ ਇੱਕ ਸਮਾਨ ਹੀ ਹੁੰਦੇ ਹਨ। ਇਟ ਮੀਨ ਇਹ ਵਾਲੀ ਬਿਲਕੁਲ ਆਪਣੇ ਕੋਲ ਸਹੀ ਸਟੇਟਮੈਂਟ ਹੈ ਜੀ। ਜੋ ਪਹਿਲਾ ਸਾਲ ਹੈ ਉਸ ਦੇ ਲਈ ਮਿਸ਼ਰਤ ਵਿਆਜ ਅਤੇ ਸਧਾਰਨ ਵਿਆਜ ਇੱਕ ਸਮਾਨ ਹੁੰਦੇ ਹਨ ਜੀ। ਹੁਣ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਜੇਕਰ ਘਣ ਦੀ ਭੁਜਾ ਦੀ ਲੰਬਾਈ 1 ਸੈਂਟੀਮੀਟਰ ਹੈ ਤਾਂ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ 1 ਸੈਂਟੀਮੀਟਰ ਵਰਗ ਹੈ। ਤੇ ਇਹ ਆਪਾਂ ਦੱਸਣਾ ਹੈ ਕਿ ਸਹੀ ਹੈ ਜਾਂ ਗਲਤ ਹੈ। ਦੇਖੋ ਪਹਿਲਾਂ ਆਪਾਂ ਇੱਕ ਘਣ ਦੀ ਸ਼ੇਪ ਬਣਾ ਲੈਂਦੇ ਹਾਂ। ਘਣ ਕੀ ਹੁੰਦਾ ਹੈ, ਇੱਕ ਅਜਿਹਾ ਬਕਸਾ ਜਿਸ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ ਜੀ। ਤੇ ਭੁਜਾ ਦੀ ਲੰਬਾਈ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਹੈ 1 ਸੈਂਟੀਮੀਟਰ। ਇਟ ਮੀਨ ਇਸ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਕਿੰਨੀ ਹੋ ਜਾਏਗੀ, 1 ਸੈਂਟੀਮੀਟਰ। ਤੇ ਭੁਜਾ ਦੀ ਜੋ ਲੰਬਾਈ ਹੈ ਉਸ ਨੂੰ ਆਪਾਂ ਘਣ ਦੀ ਜੋ ਭੁਜਾ ਦੀ ਲੰਬਾਈ ਹੈ ਉਸ ਨੂੰ ਆਪਾਂ a ਨਾਲ ਨੋਟ ਕਰਦੇ ਹਾਂ। a ਕਿਸ ਦੇ ਬਰਾਬਰ ਹੋ ਜਾਏਗਾ ਜੀ, 1 ਸੈਂਟੀਮੀਟਰ। ਆਪਾਂ ਪਤਾ ਕਰਨਾ ਹੈ ਕੁੱਲ ਸਤ੍ਹਾ ਖੇਤਰਫਲ, ਤੇ ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ ਜੀ 6a ਦੀ ਘਾਤ 2। ਇਹ ਹੁੰਦਾ ਹੈ ਘਣ ਦੀ ਕੁੱਲ ਸਤ੍ਹਾ ਖੇਤਰਫਲ ਦਾ ਫਾਰਮੂਲਾ। 6a ਦੀ ਜਗ੍ਹਾ 'ਤੇ ਆਪਾਂ ਲਿਖ ਦੇਣਾ ਹੈ ਜੀ 1 ਦੀ ਘਾਤ 2 ਤੇ ਇਹ ਬਣ ਜਾਏਗਾ 6 ਗੁਣਾ 1 ਗੁਣਾ 1। ਤੇ 6 ਨੂੰ ਆਪਾਂ 1 ਨਾਲ ਗੁਣਾ ਕਰਾਂਗੇ ਤੇ ਆਪਣੇ ਕੋਲ 6 ਹੀ ਆ ਜਾਏਗਾ। ਦੇਖੋ ਆਨਸਰ ਦੇ ਵਿੱਚ ਵੀ 6 ਹੀ ਆ ਜਾਏਗਾ, 6 ਸੈਂਟੀਮੀਟਰ ਦੀ ਘਾਤ 2। ਤੇ ਇੱਥੇ ਜੋ ਹੁਣ ਆਨਸਰ ਲਿਖਿਆ ਹੈ ਉਹ 1 ਸੈਂਟੀਮੀਟਰ ਦੀ ਘਾਤ 2 ਲਿਖਿਆ ਹੈ, ਜੋ ਕਿ ਇੱਕ ਗਲਤ ਸਟੇਟਮੈਂਟ ਹੈ। ਇਸ ਲਈ ਆਪਾਂ ਗਲਤ 'ਤੇ ਟਿਕ ਲਗਾ ਦੇਣਾ ਹੈ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, 6 ਦਾ ਗੁਣਜ ਹਮੇਸ਼ਾ 2 ਅਤੇ 3 ਦਾ ਗੁਣਜ ਹੋਵੇਗਾ। ਤੇ ਇਸ ਹੁਣ ਆਪਣੇ ਕੋਲ ਬਿਲਕੁਲ ਸਹੀ ਹੈ ਜੀ। ਜੋ ਵੀ ਨੰਬਰ 6 ਦੇ ਪਹਾੜੇ ਵਿੱਚ ਆਏਗਾ ਉਹ 2 ਅਤੇ 3 ਦੇ ਪਹਾੜੇ ਵਿੱਚ ਜ਼ਰੂਰ ਆਵੇਗਾ, ਕਿਉਂਕਿ ਜਦੋਂ 6 ਦੇ ਆਪਾਂ ਗੁਣਨਖੰਡ ਬਣਾਉਣੇ ਹਨ ਤੇ 6 ਦੇ ਗੁਣਨਖੰਡ ਕੀ ਬਣਦੇ ਹਨ, 2 ਗੁਣਾ 3। ਇਟ ਮੀਨ ਕੋਈ ਵੀ ਨੰਬਰ ਜੇਕਰ 6 ਦਾ ਗੁਣਜ ਹੈ, ਜੇਕਰ ਕੋਈ ਨੰਬਰ 6 ਦੇ ਪਹਾੜੇ ਵਿੱਚ ਆਉਂਦਾ ਹੈ ਤਾਂ ਉਹ 2 ਅਤੇ 3 ਦੇ ਪਹਾੜੇ ਵਿੱਚ ਵੀ ਜ਼ਰੂਰ ਆਏਗਾ। ਇਸ ਨੂੰ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਹਨ ਕਿ 18 ਜੋ ਹੈ 18 6 ਦੇ ਪਹਾੜੇ ਵਿੱਚ ਆ ਜਾਂਦਾ ਹੈ। 6 ਤੇ 18, ਦੇਖੋ ਜੀ 6 ਤੇ 18 ਤੇ ਦੇਖੋ 18 ਆਪਣੇ ਕੋ 2 ਦੇ ਪਹਾੜੇ ਵਿੱਚ ਵੀ ਆ ਜਾਏਗਾ, 9 ਦੂਣੀ 18 ਤੇ ਜੋ 18 ਹੈ ਉਹ ਆਪਣੇ ਕੋ 3 ਦੇ ਪਹਾੜੇ ਵਿੱਚ ਵੀ ਆ ਜਾਏਗਾ, 6 ਤੇ 18। ਇਟ ਮੀਨ ਕੋਈ ਵੀ ਨੰਬਰ ਅਗਰ 6 ਦਾ ਗੁਣਜ ਹੈ ਤਾਂ ਉਹ ਨੰਬਰ 2 ਅਤੇ 3 ਦਾ ਗੁਣਜ ਵੀ ਜ਼ਰੂਰ ਹੋਵੇਗਾ। ਇਟ ਮੀਨ ਇਹ ਬਿਲਕੁਲ ਆਪਣੇ ਕੋ ਸਹੀ ਸਟੇਟਮੈਂਟ ਹੈ ਜੀ। ਸੋ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ, ਦਿੱਤੀ ਗਈ ਸਾਰਣੀ ਵਿੱਚ ਸੇਬਾਂ ਦਾ ਮੁੱਲ ਇੱਕ ਸੁਤੰਤਰ ਚੱਲ ਹੈ। ਤੇ ਇਸ ਨੂੰ ਬਿਲਕੁਲ ਆਪਣੇ ਕੋ ਗਲਤ ਕਥਨ ਹੈ ਜੀ। ਦੇਖੋ ਉੱਪਰ ਆਪਣੇ ਕੋਲ ਲਿਖਿਆ ਹੈ ਸੇਬਾਂ ਦੀ ਮਾਤਰਾ ਕਿਲੋਗ੍ਰਾਮ ਦੇ ਵਿੱਚ ਤੇ ਨੀਚੇ ਸੇਬਾਂ ਦਾ ਮੁੱਲ ਰੁਪਈਆਂ ਵਿੱਚ। ਇਸ ਵਿੱਚ ਦੇਖੋ 2 ਕਿਲੋ ਸੇਬਾਂ ਦਾ ਜੋ ਮੁੱਲ ਹੈ ਉਹ 120 ਰੁਪਏ ਹੈ, 4 ਕਿਲੋ ਸੇਬਾਂ ਦਾ ਮੁੱਲ ਆਪਣੇ ਕੋ 240 ਰੁਪਏ ਹੈ
ਤੇ 6 ਕਿਲੋ ਸੇਬਾਂ ਦਾ ਮੁੱਲ 360 ਰੁਪਏ ਹੈ। ਜਿਸ ਤਰ੍ਹਾਂ ਆਪਾਂ ਸੇਬਾਂ ਦੀ ਜੋ ਕੁਆਂਟਿਟੀ ਹੈ ਉਹ ਵਧਾ ਰਹੇ ਹਾਂ, ਉਸ ਤਰ੍ਹਾਂ ਆਪਣੇ ਕੋਲ ਰੇਟ ਵੀ ਉਸਦਾ ਵੱਧਦਾ ਜਾ ਰਿਹਾ ਹੈ। 2 ਕਿਲੋ ਦੇ ਹਿਸਾਬ ਨਾਲ 120 ਰੁਪਏ, 4 ਕਿਲੋ ਦੇ ਹਿਸਾਬ ਨਾਲ 240 ਰੁਪਏ ਤੇ 6 ਕਿਲੋ ਦੇ ਹਿਸਾਬ ਨਾਲ 360 ਰੁਪਏ। ਇਟ ਮੀਨ ਇੱਥੇ ਜੋ ਸੇਬਾਂ ਦਾ ਮੁੱਲ ਹੈ ਉਹ ਇੱਕ ਸੁਤੰਤਰ ਚੱਲ ਨਹੀਂ ਹੈ ਜੀ। ਸੋ ਨੈਕਸਟ ਆਪਣੇ ਕੋਲ ਹੈ ਜੀ ਖਾਲੀ ਥਾਂ ਭਰੋ। ਇਹ ਵੀ ਆਪਣੇ ਕੋਲ 8 ਪ੍ਰਸ਼ਨ ਹਨ, ਇੱਕ ਅੰਕਾਂ ਵਾਲੇ। ਪਹਿਲਾ ਆਪਣੇ ਕੋਲ ਹੈ ਜੀ ਇੱਕ ਵਿਲੱਖਣ ਚਤੁਰਭੁਜ ਪ੍ਰਾਪਤ ਕਰਨ ਲਈ, ਇੱਕ ਵਿਲੱਖਣ ਚਤੁਰਭੁਜ ਦੀ ਰਚਨਾ ਕਰਨ ਲਈ ਆਪਾਂ ਨੂੰ ਘੱਟੋ ਘੱਟ ਕਿੰਨੇ ਮਾਪ ਪਤਾ ਹੋਣੇ ਚਾਹੀਦੇ ਹਨ? ਤੇ ਇਸ ਦਾ ਆਨਸਰ ਆਏਗਾ ਜੀ ਆਪਣੇ ਕੋਲ 5 ਮਾਪ ਪਤਾ ਹੋਣੇ ਚਾਹੀਦੇ ਹਨ। ਅਗਲਾ ਕੁਐਸਚਨ ਆਪਣੇ ਕੋਲ ਹੈ ਜੀ ਸੰਭਾਵਨਾ ਵਿੱਚੋਂ ਹੈ, ਚੈਪਟਰ ਅੰਕੜਿਆਂ ਦਾ ਪ੍ਰਬੰਧਨ ਦੇ ਵਿੱਚੋਂ ਹੈ। ਇੱਕ ਪਾਸਾ ਸੁੱਟਣ 'ਤੇ ਅਭਾਜ ਸੰਖਿਆਵਾਂ ਪ੍ਰਾਪਤ ਕਰਨ ਦੀ ਸੰਭਾਵਨਾ ਡੈਸ਼ ਹੁੰਦੀ ਹੈ। ਤੇ ਦੇਖੋ ਆਪਾਂ ਜਦੋਂ ਇੱਕ ਪਾਸੇ ਨੂੰ ਸਿੱਟਦੇ ਹਾਂ, ਪਾਸਾ ਮਤਲਬ ਹੁੰਦਾ ਆਪਣੇ ਕੋਲ ਡਾਈਸ, ਤੇ ਕੀ ਆ ਸਕਦਾ ਹੈ ਜੀ ਉਸਦੇ ਉੱਪਰ 1 2 3 4 5 ਅਤੇ 6। ਇਹ 6 ਨੰਬਰਾਂ ਦੇ ਵਿੱਚੋਂ ਆਪਣੇ ਕੋਈ ਵੀ ਨੰਬਰ ਆ ਸਕਦਾ ਹੈ, ਬਟ ਆਪਾਂ ਕਿਸ ਦੀ ਸੰਭਾਵਨਾ ਪਤਾ ਕਰਨੀ ਹੈ ਜੀ? ਅਭਾਜ ਸੰਖਿਆ। ਕੁੱਲ ਆਪਣੇ ਕੋਲ 6 ਹਨ, ਇਹਨਾਂ 6 ਦੇ ਵਿੱਚੋਂ ਅਭਾਜ ਸੰਖਿਆਵਾਂ ਕਿਹੜੀਆਂ ਹਨ ਜੋ ਕਿ ਆਪਣੇ ਪਹਾੜੇ ਵਿੱਚ ਆਉਂਦੀਆਂ ਹਨ? ਉਹ ਹੈ ਜੀ 2 3 ਅਤੇ 5। ਇਹ ਆਪਣੇ ਕੋਲ 3 ਅਭਾਜ ਸੰਖਿਆਵਾਂ ਹਨ। ਤੇ ਆਪਾਂ ਅਭਾਜ ਸੰਖਿਆਵਾਂ ਦੀ ਸੰਭਾਵਨਾ ਪਤਾ ਕਰਨੀ ਹੈ। ਅਭਾਜ ਸੰਖਿਆਵਾਂ ਆਪਣੇ ਕੋਲ 3 ਹਨ, ਕੁੱਲ ਸੰਖਿਆਵਾਂ ਟੋਟਲ ਆਪਣੇ ਕੋਲ 6 ਹਨ ਬਟਾ 6। ਇਸ ਦੀ ਕਟਿੰਗ ਕਰ ਦੇਣੀ ਹੈ ਜੀ 3 ਦੇ ਪਹਾੜੇ 'ਚ, 3 ਏਕਮ 3, 3 ਦੂਣੀ 6, 1 ਬਟਾ 2। ਇਟ ਮੀਨ ਅਭਾਜ ਸੰਖਿਆਵਾਂ ਦੇ ਪ੍ਰਾਪਤ ਕਰਨ ਦੀ ਸੰਭਾਵਨਾ ਕਿੰਨੀ ਆ ਜਾਏਗੀ ਆਪਣੇ ਕੋਲ ਜੀ? 1 ਬਟਾ 2 ਆ ਜਾਏਗੀ ਜੀ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਇਹ ਦੇਖੋ a ਦੀ ਘਾਤ 1, ਫਿਰ a ਦੀ ਘਾਤ 2, a ਦੀ ਘਾਤ 3 ਤੇ ਫਿਰ a ਦੀ ਘਾਤ 4। ਤੇ ਇਹਨਾਂ ਸਾਰਿਆਂ ਦਾ ਆਪਾਂ ਆਨਸਰ ਦੱਸਣਾ ਹੈ ਕੀ ਆਏਗਾ ਜੀ। ਦੇਖੋ ਇੱਥੇ a ਦੀ ਘਾਤ ਕੁਛ ਨਹੀਂ ਲਿਖੀ, ਇਟ ਮੀਨ a ਦੀ ਘਾਤ ਕਿੰਨੀ ਹੋਏਗੀ? ਇੱਥੇ 1 ਹੋਏਗੀ। ਹੁਣ ਦੇਖੋ ਇੱਥੇ ਆਪਣੇ ਕੋਲ ਆਧਾਰ ਬਰਾਬਰ ਹਨ, ਸਾਰੇ ਆਧਾਰ a ਹਨ। a ਤੇ ਘਾਤਾਂ ਆਪਸ ਵਿੱਚ ਕੀ ਹੋ ਜਾਣਗੀਆਂ? ਜੁੜ ਜਾਣਗੀਆਂ, ਕਿਉਂਕਿ ਵਿਚਕਾਰ ਗੁਣਾ ਦਾ ਸਾਈਨ ਹੈ। ਜਦੋਂ ਵਿਚਕਾਰ ਗੁਣਾ ਦਾ ਸਾਈਨ ਹੋਵੇ ਤੇ ਜੋ ਘਾਤਾਂ ਹੁੰਦੀਆਂ ਹਨ ਉਹ ਕੀ ਹੁੰਦੀਆਂ ਹਨ? ਆਪਸ ਵਿੱਚ ਜੁੜ ਜਾਂਦੀਆਂ ਹਨ। ਇਟ ਮੀਨ 1 ਜਮਾ 2 ਜਮਾ 3 ਜਮਾ 4, ਤੇ ਇਹਨਾਂ ਨੂੰ ਜੋੜਾਂਗੇ ਤੇ ਇਸ ਨੂੰ ਆਪਣੇ ਕੋਲ ਆ ਜਾਏਗਾ ਜੀ 10 ਦੇ ਬਰਾਬਰ। ਇਟ ਮੀਨ ਇਹ ਆ ਜਾਏਗਾ a ਦੀ ਘਾਤ 10 ਆ ਜਾਏਗਾ ਜੀ ਆਪਣੇ ਕੋਲ। ਕੁਐਸਚਨ ਆਪਣੇ ਕੋਲ ਹੈ ਵਰਗ ਦੀ ਭੁਜਾ ਕੀ ਹੋਵੇਗੀ ਜੇਕਰ ਵਰਗ ਦਾ ਖੇਤਰਫਲ 324 ਮੀਟਰ ਵਰਗ ਹੋਵੇ? ਤੇ ਧਿਆਨ ਨਾਲ ਦੇਖੋ, ਇਹ ਵਰਗ ਆਪਣੇ ਕੋਲ ਇਸ ਤਰ੍ਹਾਂ ਹੁੰਦਾ ਹੈ ਜੀ, ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ। ਤੇ ਆਪਾਂ ਵਰਗ ਦਾ ਖੇਤਰਫਲ ਦਿੱਤਾ ਹੈ ਤੇ ਵਰਗ ਦੀ ਭੁਜਾ ਪਤਾ ਕਰਨੀ ਹੈ। ਤੇ ਵਰਗ ਦੀ ਭੁਜਾ ਕਿਸ ਦੇ ਬਰਾਬਰ ਹੁੰਦੀ ਹੈ? ਖੇਤਰਫਲ ਦਾ ਜੇਕਰ ਆਪਾਂ ਵਰਗਮੂਲ ਕਰ ਦਿੰਦੇ ਹਾਂ, 324 ਦਾ ਜੇਕਰ ਆਪਾਂ ਵਰਗਮੂਲ ਕਰਦੇ ਹਾਂ ਤੇ ਇਸ ਨੂੰ ਆਪਣੇ ਕੋਲ 324 ਕੀ ਹੁੰਦਾ ਹੈ ਜੀ? 18 ਗੁਣਾ 18, 18 ਗੁਣਾ 18 324। ਤੇ ਇਟ ਮੀਨ ਜੋ ਵਰਗ ਦੀ ਭੁਜਾ ਹੈ ਉਹ ਕਿਸ ਦੇ ਇਕੁਅਲ ਟੂ ਆ ਜਾਏਗੀ ਜੀ? 18 ਮੀਟਰ ਦੇ ਇਕੁਅਲ, 18 ਮੀਟਰ ਦੇ। ਇਹ ਜੋ ਵਰਗ ਹੈ ਇਸ ਦੀਆਂ ਸਾਰੀਆਂ ਭੁਜਾਵਾਂ ਆਪਣੇ ਕੋਲ ਕੀ ਹੋ ਜਾਣਗੀਆਂ? 18 18 ਮੀਟਰ ਦੇ ਇਕੁਅਲ ਆ ਜਾਣਗੀਆਂ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਜੇਕਰ 5 ਬੋਤਲਾਂ ਦਾ ਮੁੱਲ 75 ਰੁਪਏ ਹੈ ਤਾਂ 3 ਬੋਤਲਾਂ ਦਾ ਮੁੱਲ ਕਿੰਨਾ ਹੋਵੇਗਾ? ਤੇ ਹੁਣ ਪਹਿਲਾਂ ਆਪਾਂ 75 ਨੂੰ 5 ਦੇ ਨਾਲ ਭਾਗ ਕਰਕੇ ਇੱਕ ਬੋਤਲ ਦਾ ਮੁੱਲ ਕੱਢ ਲੈਣਾ ਹੈ ਜੀ। ਦੇਖੋ 75 ਨੂੰ ਆਪਾਂ ਕੀ ਕਰਨਾ ਹੈ? 5 ਦੇ ਨਾਲ ਭਾਗ ਕਰ ਦੇਣਾ ਹੈ ਜੀ। 5 ਏਕਮ 5 ਆ ਜਾਏਗਾ, 2 ਉੱਪਰੋਂ 5 ਨੀਚੇ ਉਤਰਿਆ ਆਪਣੇ ਕੋਲ, 5 5 25। ਤੇ ਇਟ ਮੀਨ ਆਪਣੇ ਕੋਲ ਇੱਕ ਬੋਤਲ ਦਾ ਮੁੱਲ ਕਿੰਨਾ ਆ ਗਿਆ ਹੈ ਜੀ? 15 ਰੁਪਏ। ਤੇ ਆਪਾਂ ਕੱਢਣਾ ਹੈ 3 ਬੋਤਲਾਂ ਦਾ ਮੁੱਲ ਕੱਢਣਾ ਹੈ। ਇੱਕ ਬੋਤਲ ਦਾ ਮੁੱਲ ਆਪਣੇ ਕੋਲ 15 ਰੁਪਏ ਹੈ ਤੇ 3 ਬੋਤਲਾਂ ਦਾ ਮੁੱਲ ਕਿੰਨਾ ਹੋਏਗਾ? 15 ਨੂੰ ਆਪਾਂ 3 ਦੇ ਨਾਲ ਗੁਣਾ ਕਰ ਦੇਣਾ ਹੈ ਜੀ। ਤੇ 15 30 ਕਿੰਨਾ ਆ ਜਾਏਗਾ ਜੀ? 45। ਇਟ ਮੀਨ 3 ਬੋਤਲਾਂ ਦਾ ਮੁੱਲ ਕਿੰਨਾ ਹੋ ਜਾਏਗਾ ਜੀ? ਆਪਣੇ ਕੋਲ 45 ਰੁਪਏ ਹੋਵੇਗਾ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਜੇਕਰ ਰਾਸ਼ੀਆਂ x ਅਤੇ y ਉਲਟ ਅਨੁਪਾਤ ਦੇ ਵਿੱਚ ਹੋਣ ਤਾਂ ਹੇਠਾਂ ਦਿੱਤੀ ਸਾਰਣੀ ਵਿੱਚ ਆਪਾਂ ਖਾਲੀ ਥਾਂ ਭਰਨੀ ਹੈ ਜੀ। ਖਾਲੀ ਥਾਂ ਆਪਣੇ ਕੋਲ ਇਸ ਜਗ੍ਹਾ ਹੈ, ਇਹਨੂੰ ਆਪਾਂ a ਲਿਖ ਲੈਂਦੇ ਹਨ। ਤੇ x ਤੇ y ਆਪਸ ਵਿੱਚ ਕੀ ਹਨ? ਉਲਟ ਅਨੁਪਾਤ ਦੇ ਵਿੱਚ ਹਨ। ਜੇਕਰ ਉਲਟ ਅਨੁਪਾਤ ਦੇ ਵਿੱਚ ਹੁੰਦੇ ਹਨ ਨੰਬਰ
तो आपां उपर नीचे गुणा करनी हुंदी है जी। ये देखो उपर वाले नंबर नूं नीचे वाले नंबर नाल गुणा करके लिखना हुंदा है, एक नूं खब्बे पासे ते एक नूं सज्जे पासे। देखो ए नूं 6 दे नाल गुणा करांगे, इस नूं आपां खब्बे पासे रख लैंदे हां जी, क्योंकि इस दे विच नंबर आपां पता करना है। बराबर लिखांगे 9 नूं 8 नाल गुणा करांगे जी, 9 गुणा 8, क्योंकि ये अपने को उल्ट अनुपात विच है, इसलिए आपां उपर नीचे की कर देनी हुंदी है, नंबरां नूं गुणा कर देनी हुंदी है जी। ते उहनां नूं विचकार की लिखना है, साइन बराबर दा। हुण देखो इत्थों ए कढ़ना है, जो खाली स्थान है उपर 9 गुणा 8 ते नीचे अपने को ये जो 6 है वो इधर नीचे आ जाएगा। हुण इसकी आपां कटिंग कर देनी है जी। पहला देखो 3 दे पहाड़े विच कटिंग हो जाएगी, 3 दूणी 6, 3 तियां 9, फिर 2 दे पहाड़े विच 8 कटिया गया 4 ते, ये देखो 3 ते 4 विचकार गुणा का साइन है, 3 गुणा 4 कितना आ जाएगा जी अपने को 12। इट मीन ये जो खाली स्थान है इस जगह पे अपने को की आ जाएगा 12 आ जाएगा जी। अपने को एक फॉर्मूला ही है जी, ये देखो अपने को की फॉर्मूला बन रहा है जी, ए दी घात m गुणा ए दी घात n। तो देखो इत्थे आधार आपस में बराबर हैं, इत्थे भी आधार ए है, इत्थे भी आधार ए है, विचकार गुणा का साइन है। जेकर आधार बराबर होवे, विचकार गुणा का साइन होवे ते घातां की हो जांदियां हन, जुड़ जांदियां हन। ते घातां इत्थे की है m ते n, तो इट मीन इहदा आंसर की आ जाएगा ए दी घात m जमा n। तो इत्थे अपने को आ जाएगा ए दी घात m जमा n आ जाएगा जी। नेक्स्ट अपने को है जी 100 गुणा 7 जमा 8, इसनूं सॉल्व करना है। पहला 100 नूं 7 दे नाल गुणा करांगे, ये 700 आ जाएगा, जमा 8, 700 दे विच 8 जोड़ांगे तो ये 708 आ जाएगा। इट मीनस खाली जगह ते की आ जाएगा जी अपने को 708 दे इक्वल आ जाएगा जी।